ਸ੍ਰੀ ਮੁਖ ਵਾਕ ਦੀ ਬਖਸ਼ਿਸ਼ ਹੋਈ। ਜੋ ਹੁਕਮ ਸਤਿਗੁਰੂ ਜੀ ਝੋਲੀ ਚ ਪਾਉਂਦੇ ਹਨ, ਸੋਰਠ ਰਾਗ ਦੇ ਅੰਦਰ ਬਾਣੀ ਦੇ ਉਚਾਰਨ ਕਰਤਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ। ਲਗਾਤਾਰ ਸਤ ਸੰਗਤ ਜੀ, ਜਿੱਥੇ ਆਪਾਂ ਸ੍ਰੀ ਮੁਖ ਵਾਕ ਦੀ ਵਿਚਾਰ ਕਰਦੇ ਹਾਂ, ਉੱਥੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸਣ ਦਾ ਯਤਨ ਕੀਤਾ ਜਾ ਰਿਹਾ ਹੈ, ਜੋ ਕਿ ਕੱਲ ਸਰਬੱਤ ਸੰਗਤਾਂ ਨੇ, ਗੁਰੂ ਦੇ ਪਿਆਰਿਆਂ ਨੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ, ਪ੍ਰਗਟ ਦਿਹਾੜਾ ਮਨਾਉਣਾ ਕੀਤਾ ਹੈ। ਸਤਿਗੁਰਾਂ ਜੀ ਦੇ ਇਤਿਹਾਸ ਤੋਂ ਜਾਣੂ ਹੋਏ ਹੋ ਸਤ ਸੰਗਤ ਜੀ। ਉਸ ਤੋਂ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਕਿਸ ਤਰ੍ਹਾਂ ਵਰਤਦੀ ਹੈ, ਕੀ ਕੌਤਕ ਕਰਦੇ ਹਨ, ਕੁਝ ਸਮਾਂ ਉਹਨਾਂ ਦੀ ਵਿਚਾਰ ਕੀਤੀ ਜਾਵੇਗੀ। ਉਪਰੰਤ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਹੋਵੇਗੀ। ਸਤ ਸੰਗਤ ਜੀ, ਜਿੰਨਾ ਕੁ ਸਮਾਂ ਸਤਿਗੁਰਾਂ ਜੀ ਨੇ ਬਖਸ਼ਿਆ ਹੈ, ਇਕਾਗਰ ਚਿੱਤ ਹੋ ਕਰਕੇ ਜੁੜਨ ਦਾ ਯਤਨ ਕਰੀਏ। ਸਾਰੀ ਸੰਗਤ ਕਿਰਪਾ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਸੋਰਠ ਰਾਗ ਦੇ ਅੰਦਰ ਬਾਣੀ ਦੇ ਉਚਾਰਨ ਕਰਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਵਰਤਾਉਂਦੇ ਹਨ। ਸਤ ਸੰਗਤ ਜੀ, ਕਹਿਣ ਨੂੰ ਅਸੀਂ ਆਪਣੇ ਆਪ ਨੂੰ ਕਹਿੰਦੇ ਹਾਂ ਕਿ ਅਸੀਂ ਗੁਰੂ ਦੇ ਸਿੱਖ ਹਾਂ। ਅਸੀਂ ਬੜੇ ਮਾਣ ਦੇ ਨਾਲ ਅਖਵਾਉਂਦੇ ਹਾਂ ਕਿ ਸਾਡੀ ਸਾਂਝ ਹੈ ਗੁਰਾਂ ਦੇ ਨਾਲ। ਅੱਜ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਸਮਝਾਉਣਗੇ ਕਿ ਅਸਲੀ ਸਿੱਖ ਕੌਣ ਹੁੰਦਾ ਹੈ, ਉਹਦੀਆਂ ਕੀ ਨਿਸ਼ਾਨੀਆਂ ਹਨ ਤੇ ਸਿੱਖ ਕਿਹਨੂੰ ਕਿਹਾ ਜਾ ਸਕਦਾ ਹੈ। ਇਹ ਸਤਿਗੁਰੂ ਜੀ ਆਪ ਹੀ ਕਿਰਪਾ ਕਰਕੇ ਸਮਝਾਉਂਦੇ ਹਨ। ਉਸ ਤੋਂ ਪਹਿਲਾਂ ਸਤ ਸੰਗਤ ਜੀ, ਕੱਲ ਆਪਾਂ ਵਿਚਾਰ ਕੀਤੀ ਸੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਕੀ ਅਰਥ ਭਾਵ ਹਨ, ਕੀ ਬਖਸ਼ਿਸ਼ਾਂ ਹਨ, ਇੱਥੋਂ ਤੱਕ ਆਪਾਂ ਵਿਚਾਰ ਕੀਤੀ। ਉਸ ਤੋਂ ਅੱਗੇ ਸਤ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੈਰਾਨ ਕਰ ਦੇਣ ਵਾਲੇ ਕੌਤਕ, ਦੁਨਿਆਵੀ ਅਰਬਲਾ ਦੇ ਵਿੱਚ ਵਾਧਾ ਹੁੰਦਾ ਹੈ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਭੈਣ ਸਤ ਸੰਗਤ ਜੀ, ਜਿਨ੍ਹਾਂ ਨੂੰ ਆਪਾਂ ਸਤਿਕਾਰ ਦੇ ਨਾਲ ਬੇਬੇ ਨਾਨਕੀ ਜੀ ਕਹਿੰਦੇ ਹਾਂ, ਧੰਨ ਹੈ ਉਹ ਭਾਗਾਂ ਵਾਲੀ ਭੈਣ। ਕਿਉਂਕਿ ਜਿਹਨੂੰ ਦੁਨੀਆ ਦੇ ਲੋਕ ਕਹਿੰਦੇ ਸਨ ਕਿ ਨਾਨਕੀ, ਜੇ ਬਹੁਤਾ ਹੀ ਵੀਰ ਖਿਡਾਉਣ ਦਾ ਚਾਹੀ ਨਾ ਤੇ ਜਾ ਆਪਣਾ ਖਿਡਾ ਆਪਣਾ, ਤਾਨੇ ਮਿਹਣੇ ਵੱਜਿਆ ਕਰਦੇ ਸਨ। ਅਰਦਾਸ ਬੇਨਤੀ ਕੀਤੀ ਹੈ, ਤਰਲਾ ਲਿਆ ਨਿਰੰਕਾਰ ਅਕਾਲ ਪੁਰਖ ਪਰਮਾਤਮਾ ਦਾ, ਤੇ ਕਿੰਨੀ ਸ਼ਰਧਾ ਦੇ ਵਿੱਚ ਭਿੱਜ ਕੇ ਬੇਨਤੀ ਕੀਤੀ ਹੋਵੇਗੀ, ਕਿੰਨੇ ਚਾਅ ਦੇ ਵਿੱਚ ਭਿੱਜ ਕੇ ਬੇਨਤੀ ਕੀਤੀ ਹੋਵੇਗੀ ਕਿ ਬੇਬੇ ਨਾਨਕੀ ਦੇ ਘਰ ਜਿਸ ਅਕਾਲ ਪੁਰਖ ਪਰਮਾਤਮਾ ਦੇ ਸਨਮੁਖ ਅਰਦਾਸ ਬੇਨਤੀ ਕੀਤੀ, ਉਹ ਆਪ ਹੀ ਆ ਗਿਆ। ਉਹ ਆਪ ਹੀ ਆ ਗਿਆ ਸਤ ਸੰਗਤ ਜੀ। ਤੇ ਬਚਪਨ ਦੇ ਵਿੱਚ ਇੰਨੇ ਪਿਆਰ ਦੇ ਨਾਲ ਭੈਣ ਨੇ ਆਪਣੇ ਵੀਰ ਨੂੰ ਪਾਲਿਆ ਪੋਸਿਆ ਹੈ। ਇਹਨਾਂ ਹੱਥਾਂ ਦੇ ਵਿੱਚ ਸਤ ਸੰਗਤ ਜੀ ਬੜੇ ਚਾਅ ਦੇ ਨਾਲ ਆਪਣੇ ਵੀਰ ਨੂੰ ਖਿਡਾਉਂਦੀ ਹੈ, ਲਾੜ ਲਡਾਉਂਦੀ ਹੈ। ਸਤ ਸੰਗਤ ਜੀ, ਇੰਨਾ ਪ੍ਰੇਮ ਸੀ, ਇੰਨਾ। ਗੁਰਮੁਖੋ, ਜੇ ਭੈਣ ਤੇ ਭਰਾ ਦੇ ਪ੍ਰੇਮ ਨੂੰ ਵੇਖਣਾ ਹੋਵੇ ਨਾ, ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਭੈਣ ਨਾਨਕੀ ਜੀ ਦੇ ਪ੍ਰੇਮ ਨੂੰ ਵੇਖਿਆ ਕਰੋ।
ਸਤ ਸੰਗਤ ਜੀ ਇਤਿਹਾਸ ਪੜਿਆ ਕਰੋ, ਬੜਾ ਕੁਝ ਸਿੱਖਣ ਨੂੰ ਮਿਲਦਾ ਜੇ। ਗੁਰਮੁਖੋ ਧੰਨ ਧੰਨ ਹੈ ਉਹ ਬੇਬੇ ਨਾਨਕੀ। ਕਿਉਂ? ਕਿਉਂਕਿ ਉਹਨਾਂ ਨੂੰ ਪਛਾਣ ਆ ਗਈ ਸੀ ਕਿ ਮੇਰਾ ਵੀਰ ਕੌਣ ਹੈ। ਉਹ ਜਾਣ ਚੁੱਕੇ ਸਨ ਕਿ ਮੇਰਾ ਵੀਰ ਕੌਣ ਹੈ। ਉਹਨਾਂ ਨੂੰ ਸੋਝੀ ਆ ਗਈ ਕਿ ਮੇਰਾ ਵੀਰ ਕੌਣ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਰੱਬ ਹਨ। ਇਹ ਸੋਝੀ ਬੇਬੇ ਨਾਨਕੀ ਨੂੰ ਆ ਗਈ ਸੀ। ਇਹ ਸੋਝੀ ਬੇਬੇ ਨਾਨਕੀ ਨੂੰ ਆ ਗਈ ਸੀ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਰੱਬ ਕਰਕੇ ਪੂਜਿਆ ਬੇਬੇ ਨਾਨਕੀ ਨੇ। ਰੱਬ ਕਰਕੇ ਜਾਣਿਆ ਬੇਬੇ ਨਾਨਕੀ ਨੇ। ਨਿਰੰਕਾਰ ਦਾ ਰੂਪ ਕਰਕੇ ਜਾਣਿਆ ਬੇਬੇ ਨਾਨਕੀ ਨੇ। ਆਪਾਂ ਵੀ ਪਛਾਣ ਕਰੀਏ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਬੇਬੇ ਨਾਨਕੀ ਇੰਨਾ ਗੂੜਾ ਪਿਆਰ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ, ਭੈਣ ਕੁਝ ਮੰਗ, ਕੁਝ ਮੰਗ। ਤੇ ਬੇਬੇ ਨਾਨਕੀ ਨੇ ਇੱਕੋ ਹੀ ਮੰਗ ਰੱਖੀ, ਸਾਰੀ ਜ਼ਿੰਦਗੀ ਕੁਝ ਨਹੀਂ ਮੰਗਿਆ। ਸਾਰੀ ਜ਼ਿੰਦਗੀ ਆਪਣੇ ਭਰਾ ਤੋਂ ਮੰਗਿਆ ਹੀ ਕੁਝ ਨਹੀਂ। ਉਹ ਦੁਨਿਆਵੀ ਭੈਣਾਂ ਵਰਗੀ ਨਹੀਂ ਸੀ ਕਿ ਗੁਰਮੁਖੋ ਕਵੇ ਕਿ ਬਰਾਬਰ ਦਾ ਹੱਕ ਦੇ ਮੈਨੂੰ ਹੱਕ, ਨਹੀਂ ਤੇ ਮੈਂ ਕੇਸ ਕਰਾਂਗੀ ਤੇਰੇ ਉੱਤੇ ਕੇਸ। ਗੁਰਮੁਖੋ ਖੂਨ ਸਫੈਦ ਹੋ ਗਏ ਸਫੇਦ। ਸਾਡੇ ਲਹੂ ਚੋਂ ਪ੍ਰੇਮ ਖਤਮ ਹੋ ਗਿਆ। ਪ੍ਰੇਮ ਉਹ ਭੈਣ ਨੇ ਮੰਗਿਆ ਹੀ ਕੁਝ ਨਹੀਂ। ਸਾਰੀ ਉਮਰ ਸਾਰੀ ਜ਼ਿੰਦਗੀ ਕੁਝ ਨਹੀਂ ਮੰਗਿਆ। ਇਹ ਪ੍ਰੇਮ ਦੀ ਗੱਲ ਹੋ ਰਹੀ ਹੈ। ਕੌਤਕ ਤੇ ਸਤਿਗੁਰਾਂ ਜੀ ਦੇ ਆਪਾਂ ਬਚਪਨ ਦੇ ਵਾਚਣੇ ਹਨ। ਜਰਾ ਇਤਿਹਾਸ ਤੋਂ ਅੱਗੇ ਜਾ ਕੇ ਬੇਨਤੀ ਕਰਾਂਗੇ ਕਿ ਭੈਣ ਨਾਨਕੀ ਦਾ ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰੇਮ ਕਿੰਨਾ ਕੁ ਸੀ। ਸਾਰੀ ਜ਼ਿੰਦਗੀ ਕੁਝ ਨਹੀਂ ਮੰਗਿਆ। ਸਮਝ ਆ ਚੁੱਕੀ ਸੀ ਕਿ ਆਪ ਨਿਰੰਕਾਰ ਹਨ। ਮੰਗਣ ਨੂੰ ਕੀ ਨਹੀਂ ਸਨ ਮੰਗ ਸਕਦੇ। ਔਲਾਦ ਵੀ ਮੰਗ ਸਕਦੇ ਸਨ, ਦੌਲਤ ਸ਼ੌਹਰਤ ਵੀ ਮੰਗ ਸਕਦੇ ਸਨ, ਪਰ ਕੁਝ ਨਹੀਂ ਮੰਗਿਆ। ਜੇ ਮੰਗਿਆ ਤੇ ਜਰਾ ਧਿਆਨ ਦਿਓ। ਭੈਣ ਨਾਨਕੀ ਨੇ ਕਿਹਾ, ਵੀਰ ਕੱਲ ਮੈਂ ਸਰੀਰ ਨੂੰ ਛੱਡ ਦੇਣਾ ਹੈ। ਕੱਲ ਮੈਂ ਕੂਚ ਕਰ ਜਾਣਾ ਇਸ ਸੰਸਾਰ ਤੋਂ। ਮੇਰੀ ਇੱਕੋ ਹੀ ਇੱਕ ਮੰਗ ਆ ਕਿ ਮੇਰੀ ਦੇਹ ਦਾ ਸੰਸਕਾਰ ਮੇਰਾ ਵੀਰ ਆਪਣੇ ਹੱਥਾਂ ਦੇ ਨਾਲ ਕਰੇ। ਇਹ ਮੰਗ ਬੇਬੇ ਨਾਨਕੀ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਮੰਗੀ ਹੈ। ਗੁਰਮੁਖੋ ਆਪਣਾ ਵੀ ਪ੍ਰੇਮ ਏਦਾਂ ਦਾ ਹੋਵੇ, ਆਪਸੀ ਪ੍ਰੇਮ। ਆਪਾਂ ਵੀ ਗੁਰੂ ਦੇ ਸਿੱਖ ਹਾਂ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੇਬੇ ਨਾਨਕੀ ਨੇ ਆਪਣੇ ਹੱਥਾਂ ਦੇ ਵਿੱਚ ਕਢਾਉਣਾ ਕੀਤਾ ਹੈ। ਧੰਨ ਹੈ ਉਹ ਭੈਣ ਜਿਹੜੀ ਰੱਬ ਦੀ ਭੈਣ ਬਣ ਗਈ। ਧੰਨ ਹੈ ਉਹ ਭੈਣ ਜਿਨੇ ਰੱਬ ਨੂੰ ਆਪਣੇ ਹੱਥਾਂ 'ਚ ਖਿਡਾਉਣਾ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਰਬਲਾ ਹੋਰ ਥੋੜੀ ਵੱਧਦੀ ਹੈ ਦੁਨਿਆਵੀ, ਤੇ ਮਾਤਾ ਪਿਤਾ ਫਿਕਰ ਕਰਦੇ ਹਨ ਕਿ ਬੱਚੇ ਨੂੰ ਸਿੱਖਿਆ ਦਿੱਤੀ ਜਾਵੇ। ਹਰੇਕ ਮਾਤਾ ਪਿਤਾ ਦਾ ਇਹ ਫਰਜ਼ ਹੁੰਦਾ ਹੈ। ਹਰੇਕ ਮਾਤਾ ਪਿਤਾ ਆਪਣੇ ਬੱਚਿਆਂ ਲਈ ਬੜਾ ਕੁਝ ਕਰਦਾ ਹੈ। ਸਤ ਸੰਗਤ ਜੀ, ਆਪ ਘੱਟ ਖਾ ਲਵੇਗਾ, ਆਪ ਘੱਟ ਪਾ ਲਵੇਗਾ, ਪਰ ਉਹ ਇਹ ਯਤਨ ਜ਼ਰੂਰ ਕਰਦਾ ਕਿ ਮੇਰੇ ਬੱਚੇ ਚੰਗੇ ਸਕੂਲਾਂ ਦੇ ਵਿੱਚ ਸਿੱਖਿਆ ਲੈ ਲੈਣ, ਮੇਰੇ ਬੱਚੇ ਵੱਡੇ ਹੋ ਕਰਕੇ ਕਿਸੇ ਯੋਗ ਅਹੁਦੇ ਤੇ ਪਹੁੰਚ ਜਾਣ। ਇਹ ਯਤਨ ਹਰੇਕ ਮਾਤਾ ਪਿਤਾ ਦਾ ਹੋਇਆ ਕਰਦਾ ਹੈ। ਇਸੇ ਤਰ੍ਹਾਂ ਇਹ ਚਿੰਤਾ ਨੂੰ ਲੈ ਕਰਕੇ ਮਹਿਤਾ ਕਲਿਆਣ ਦਾਸ ਜੀ ਨੇ ਬਚਪਨ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੋਪਾਲ ਨਾਮ ਪਾਂਧੇ ਦੇ ਕੋਲ ਪੜ੍ਹਨ ਲਈ ਭੇਜ ਦਿੱਤਾ ਹੈ। ਸਤ ਸੰਗਤ ਜੀ, ਆਪਸੀ ਵਾਰਤਾਲਾਪ ਹੁੰਦਾ ਹੈ। ਪਾਂਧਾ ਪੜ੍ਹਾਉਣਾ ਚਾਹੁੰਦਾ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਨ ਦੁਨੀਆ ਦੇ ਵਾਲੀ, ਉਹ ਤਾਂ ਭਾਈ ਖੰਡਾਂ ਬ੍ਰਹਮੰਡਾਂ ਦੇ ਮਾਲਕ ਹਨ। ਉਹਨਾਂ ਨੂੰ ਤੇ ਭਾਈ ਸਾਰੀ ਵਿਦਿਆ ਆ ਕਰਕੇ ਮੱਥਾ ਟੇਕਦੀ ਹੈ। ਉਹਨਾਂ ਚਰਨਾਂ ਦੇ ਵਿੱਚ, ਉਹਨਾਂ ਦੇ ਚਰਨਾਂ ਦੇ ਵਿੱਚ ਸਾਰਾ ਗਿਆਨ ਰਹਿੰਦਾ ਹੈ। ਉਹ ਤਾਂ ਪੜ੍ਹੇ ਹੋਏ ਹਨ, ਉਹ ਪੜ੍ਹਨ ਨਹੀਂ, ਉਹ ਪੜ੍ਹਾਉਣ ਆਏ ਹਨ। ਸਤ ਸੰਗਤ ਜੀ, ਜਦੋਂ ਪਾਂਧੇ ਨੂੰ ਨਿਰੁੱਤਰ ਕਰ ਦਿੱਤਾ, ਪਾਂਧੇ ਨੂੰ ਜੋੜ ਦਿੱਤਾ ਉਸ ਨਿਰੰਕਾਰ ਦੇ ਨਾਲ, ਸਭ ਤੋਂ ਪਹਿਲਾਂ ਪੱਟੀ ਲਿਖ ਦਿੱਤੀ। ਪੱਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਉਹ ਪੱਟੀ ਦਰਜ ਹੈ
35 ਅੱਖਰਾਂ ਦੀ ਪੱਟੀ ਲਿਖ ਕਰਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਮਝਾਉਣਾ ਕੀਤਾ। ਤੇ ਪੰਡਿਤ ਗੋਪਾਲ ਦੀਆਂ ਜੋ ਗੋਪਾਲ ਪਾਂਧਾ ਸੀ ਨਾ, ਉਹਦੇ ਨੇਤਰ ਖੁੱਲ ਗਏ, ਉਹਨੂੰ ਅਧਿਆਤਮਕ ਪੱਖ ਦਾ ਗਿਆਨ ਆ ਗਿਆ। ਸਤ ਸੰਗਤ ਜੀ, ਉਹਨੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨਬੋਸੀ ਕੀਤੀ। ਉਸ ਤੋਂ ਉਪਰੰਤ ਫਿਰ ਪਿਤਾ ਨੇ ਸੋਚਿਆ ਕਿ ਹੁਣ ਉਸਤਾਦ ਬਦਲ ਕੇ ਵੇਖ ਲਈਏ, ਉਸਤਾਦ ਬਦਲ ਕੇ ਵੇਖ ਲਈਏ, ਹੋਰ ਤਲੀਮ ਦਵਾਉਣੀ ਚਾਹੀ। ਤੇ ਫਿਰ ਸਤ ਸੰਗਤ ਜੀ ਬ੍ਰਿਜ ਲਾਲ ਪੰਡਤ ਦੇ ਕੋਲ ਭੇਜਿਆ ਹੈ। ਬ੍ਰਿਜ ਲਾਲ ਪੰਡਤ ਨੇ ਵੀ ਇਸੇ ਤਰ੍ਹਾਂ ਪੜ੍ਹਾਉਣ ਦਾ ਯਤਨ ਕੀਤਾ, ਪਰ ਜਿਹੜਾ ਪੜ੍ਹਿਆ ਹੋਇਆ ਹੈ ਉਹਨੂੰ ਕੀ ਪੜ੍ਹਾ ਸਕਦੇ ਹਾਂ। ਜੋ ਪੜ੍ਹਾਉਂਦੇ ਸਨ ਉਸ ਤੋਂ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਸਨ। ਜਿੱਥੇ ਉਹ ਅਧਿਆਤਮਕ ਪੱਖ ਦੇ ਵਿੱਚ ਸਤ ਸੰਗਤ ਜੀ ਉਹਨਾਂ ਨੂੰ ਗਿਆਨ ਕੋਈ ਨਹੀਂ ਸੀ, ਉੱਥੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਅਧਿਆਤਮਕ ਪੱਖ ਦਾ ਗਿਆਨ ਦੇ ਦਿੱਤਾ। ਉਹ ਵੀ ਨਿਰੁੱਤਰ ਹੋ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਝੁਕ ਗਏ। ਉਸ ਤੋਂ ਅੱਗੇ ਫਿਰ ਮਹਿਤਾ ਕਲਿਆਣ ਦਾਸ ਜੀ ਨੇ ਸੋਚਿਆ ਕਿ ਹੁਣ ਕੀ ਕੀਤਾ ਜਾਵੇ। ਫਿਰ ਸਤ ਸੰਗਤ ਜੀ ਕੁਤਬਦੀਨ ਮੌਲਵੀ ਦੇ ਕੋਲ, ਕੁਤਬਦੀਨ ਮੌਲਵੀ ਦੇ ਕੋਲ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੜ੍ਹਨ ਲਈ ਭੇਜਿਆ ਹੈ। ਇਸੇ ਤਰ੍ਹਾਂ ਹੀ ਸਤ ਸੰਗਤ ਜੀ ਉੱਥੇ ਵੀ ਜਿੱਥੇ ਸਮਾਜਿਕ ਪੱਖ ਦੀ ਗੱਲ ਹੋਇਆ ਕਰਦੀ ਸੀ, ਜਿੱਥੇ ਸਮਾਜਿਕ ਗਿਆਨ ਦੀ ਗੱਲ ਹੋਇਆ ਕਰਦੀ ਸੀ, ਉੱਥੇ ਨਿਰੰਕਾਰ ਦੀਆਂ ਵੀ ਗੱਲਾਂ ਕੀਤੀਆਂ ਜਾਂਦੀਆਂ ਸਨ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੁਤਬਦੀਨ ਮੌਲਵੀ ਨੂੰ ਵੀ ਨਿਰੁੱਤਰ ਕਰ ਦਿੱਤਾ। ਸਤ ਸੰਗਤ ਜੀ ਉਹ ਵੀ ਸਤਿਗੁਰਾਂ ਜੀ ਦੇ ਚਰਨਾਂ 'ਚ ਝੁਕ ਗਿਆ। ਇਹ ਵਾਰਤਾਲਾਪ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਦਰਜ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਉਹਨਾਂ ਨੂੰ ਸਮਝਾਇਆ ਹੈ, ਜੋ ਉਪਦੇਸ਼ ਦਿੱਤਾ ਹੈ, ਆਪਾਂ ਧੁਰ ਕੀ ਬਾਣੀ ਦੇ ਅੰਦਰ ਪੜ੍ਹਦੇ ਹਾਂ। ਇਸ ਤੋਂ ਅੱਗੇ ਸਤ ਸੰਗਤ ਜੀ ਮਹਿਤਾ ਕਲਿਆਣ ਦਾਸ ਜੀ ਸੋਚਦੇ ਹਨ ਕਿ ਮੈਂ ਤਾਂ ਇਹਨਾਂ ਨੂੰ ਪੜ੍ਹਨ ਭੇਜਦਾ ਹੈ, ਪਰ ਜਿਹੜੇ ਇਹਨਾਂ ਨੂੰ ਪੜ੍ਹਾਉਂਦੇ ਉਹ ਇਹਨਾਂ ਦੇ ਚਰਨਾਂ 'ਚ ਝੁਕ ਜਾਂਦੇ ਹਨ। ਕਾਰਨ ਕੀ ਹੈ? ਇਹਨਾਂ ਨੇ ਮੈਨੂੰ ਲੱਗਦਾ ਪੜ੍ਹਨਾ ਨਹੀਂ, ਇਹਨਾਂ ਨੂੰ ਕਿਸੇ ਕਿੱਤੇ ਤੇ ਲਾਇਆ ਜਾਵੇ, ਕਿੱਤੇ ਤੇ ਬਚਪਨ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੀ ਕੀਤਾ ਸੀ। ਸਤ ਸੰਗਤ ਜੀ ਮਹਿਤਾ ਕਲਿਆਣ ਦਾਸ ਜੀ ਨੇ ਸਤਿਗੁਰਾਂ ਜੀ ਨੂੰ ਪਸ਼ੂ ਚਾਰਨ ਦਾ ਕਿੱਤਾ ਦੇ ਦਿੱਤਾ ਕਿ ਜਾਓ ਨਾਨਕ ਜੀ ਤੁਸੀਂ ਹੁਣ ਪਸ਼ੂ ਚਾਰਿਆ ਕਰੋ, ਪਸ਼ੂ ਚਾਰੋ, ਕੋਈ ਕੰਮ ਕਾਰ ਕਰਨ ਜੋਗੇ ਤਾਂ ਹੋ ਜਾਓ, ਜੇ ਪੜ੍ਹਨਾ ਨਹੀਂ ਹੈ ਤੇ ਕੋਈ ਕੰਮ ਕਾਰ ਕਰਨ ਜੋਗੇ ਤਾਂ ਹੋ ਜਾਓ। ਤੇ ਸਤ ਸੰਗਤ ਜੀ ਫਿਰ ਜਦੋਂ ਪਸ਼ੂ ਦੇ ਕਰਕੇ ਭੇਜਦੇ ਸਨ ਤੇ ਬਚਪਨ ਦੇ ਕੌਤਕ ਸਤਿਗੁਰਾਂ ਜੀ ਦੇ ਹੈਰਾਨ ਕਰ ਦੇਣ ਵਾਲੇ ਹਨ। ਇੱਕ ਦਿਨ ਸੱਚੇ ਪਾਤਸ਼ਾਹ ਜੀ ਪਸ਼ੂ ਚਾਰ ਰਹੇ ਸਨ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਸ਼ੂ ਹਰੀਆਂ ਭਰੀਆਂ ਫਸਲਾਂ ਦੇ ਵਿੱਚ ਜਾ ਕੇ ਚਰਨ ਲੱਗ ਪਏ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਲਾਇਆ ਚੌਂਕੜਾ ਬਚਪਨ ਦੇ ਵਿੱਚ। ਉਸ ਨਿਰੰਕਾਰ ਦੇ, ਉਸ ਅਕਾਲ ਪੁਰਖ ਪਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਹੋਏ ਹਨ। ਨੇਤਰ ਬੰਦ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਾਧੀ ਲਾ ਕੇ ਬੈਠ ਗਏ। ਜਿਹੜੇ ਪਸ਼ੂ ਸਨ ਉਹ ਹਰੀਆਂ ਭਰੀਆਂ ਫਸਲਾਂ 'ਚ ਚਰਦੇ ਰਹੇ। ਸਤ ਸੰਗਤ ਜੀ ਫਸਲਾਂ ਉਤੋਂ ਸਾਰੀਆਂ ਖਾ ਗਏ। ਫਸਲਾਂ ਦੇ ਮਾਲਕ ਆਏ ਤੇ ਆ ਕਰਕੇ ਵੇਖਿਆ, ਸਤ ਸੰਗਤ ਜੀ ਫਸਲ ਦਾ ਨੁਕਸਾਨ ਜਿਹੜਾ ਹੈ ਨਾ ਉਹ ਜਰ ਨਹੀਂ ਜੇ ਕੋਈ ਸਕਦਾ। ਆਪਾਂ ਹੁਣ ਹੀ ਵੇਖ ਰਹੇ ਆ ਨਾ, ਅੱਜ ਕੱਲ੍ਹ ਦੀਆਂ ਸਰਕਾਰਾਂ ਵੀ ਸਾਡੀਆਂ ਫਸਲਾਂ ਨੂੰ ਸਤ ਸੰਗਤ ਜੀ ਹੜੱਪਣ ਦੀਆਂ ਕੋਸ਼ਿਸ਼ ਕਰਦੀਆਂ ਹਨ, ਪਰ ਸਾਡੇ ਜਵਾਨਾਂ ਨੇ, ਨੌਜਵਾਨਾਂ ਨੇ, ਕਿਸਾਨਾਂ ਵੀਰਾਂ ਨੇ ਇਹ ਵਿਖਾ ਦਿੱਤਾ ਹੈ ਉਹਨਾਂ ਨੂੰ ਕਿ ਭਾਈ ਅਜੇ ਪੰਜਾਬ ਦੇ ਵਿੱਚ ਏਕਤਾ ਹੈ, ਅਜੇ ਪੰਜਾਬ ਦੇ ਵਿੱਚ ਸੂਰਮੇ ਜਿਉਂਦੇ ਹਨ, ਅਜੇ ਪੰਜਾਬ ਦੇ ਵਿੱਚ ਸਤ ਸੰਗਤ ਜੀ ਜਿਨ੍ਹਾਂ ਦਾ ਹੱਕ ਖੋਣ ਦੀ ਕੋਸ਼ਿਸ਼ ਕਰਦੇ ਜੇ ਨਾ, ਉਹ ਜਵਾਬ ਦੇਣ ਲਈ ਖੜੇ ਹੋਣ ਨੂੰ ਤਿਆਰ ਹਨ। ਅੱਖਾਂ ਖੁੱਲ ਗਈਆਂ ਭਾਈ, ਇੰਨਾ ਜ਼ਿਆਦਾ ਇਕੱਠ ਹੋ ਗਿਆ ਦਿੱਲੀ ਦੇ ਵਿੱਚ, ਰਹੋ ਵਿਚਾਰ। ਸਤ ਸੰਗਤ ਜੀ ਜਦੋਂ ਫਸਲ ਵੇਖੀ ਕਿ ਫਸਲ ਦਾ ਨੁਕਸਾਨ ਹੋ ਗਿਆ ਹੈ ਤੇ ਫਿਰ ਇਹਨਾਂ ਫਸਲ ਦੇ ਮਾਲਕਾਂ ਨੇ ਜਾ ਕਰਕੇ ਸੋਚਿਆ ਕਿ ਇਹ ਜਿਹੜਾ ਦ੍ਰਿਸ਼ ਆ ਨਾ ਇਹਨਾਂ ਦੇ ਵੱਡੇ ਵਡੇਰਿਆਂ ਨੂੰ ਵਿਖਾਇਆ ਜਾਵੇ। ਰਾਏ ਬੁਲਾਰ ਦੇ ਕੋਲ ਸ਼ਿਕਾਇਤ ਕੀਤੀ ਹੈ। ਰਾਏ ਬੁਲਾਰ ਨੇ ਮਹਿਤਾ ਕਲਿਆਣ ਦਾਸ ਜੀ ਨੂੰ ਬੁਲਾਉਣਾ ਕੀਤਾ ਹੈ। ਬੁਲਾ ਕਰਕੇ ਕਿਹਾ, ਮਹਿਤਾ ਜੀ ਪੁੱਤਰ ਨੂੰ ਕਿਸ ਕਿੱਤੇ ਤੇ ਲਾ ਦਿੱਤਾ ਹੈ? ਕਿਉਂ ਉਸ ਕਿੱਤੇ ਤੇ ਲਾਇਆ ਜੇ ਇਸ ਕਿੱਤੇ ਦੀ ਉਹ ਸੰਭਾਲ ਹੀ ਨਹੀਂ ਕਰ ਸਕਦੇ? ਤੁਸੀਂ ਤਾਂ ਫਸਲ ਜਾੜ ਦਿੱਤੀ, ਫਸਲ। ਸਤ ਸੰਗਤ ਜੀ ਉਸ ਵੇਲੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਵੀ ਬੁਲਾਇਆ ਗਿਆ।
सतगुरु जी नूं पुछया कि तुसीं फसल जिहड़ी ओह खराब कर दित्ती है, तुहाडे द्वारा छड्डे होए पशुआं ने फसल जाड़ दित्ती है। सतगुरु जी कहिंदे मैनूं ते नहीं लगदा, फसलां ते हरियां भरियां हन, फसलां ते अगे नालों भी दुगणियां चुगणियां हो गईयां। ये बचन सतगुरां जी ने उत्थे कीते। गुरमुखो, जदों पावन पवित्र बचन उस निरंकार दी रसना चों निकलदे सन ते ओह जिहड़ियां फसलां पशुआं ने चरियां सन ना, ओह फिर हरियां भरियां हो गईयां। जदों राय बुलार ने जा करके देखिया, महता कल्याण दास जी ने देखिया, ओह फसलां ते भाई 9/9 सन। जिथे पशु चरे सन उत्थे ते कोई नामो निशान ही नहीं रह गया पशु चरन दा। ये कौतक सन धन गुरु नानक देव साहब सच्चे पातशाह जी दे। एक दिन सतसंगत जी इसे तरह सतगुरु जी फिर पशु चारन गए ते राय बुलार दी शरधा किदां बनी। धन गुरु नानक देव साहब सच्चे पातशाह जी दा मुरीद किदां बन गया। मुरीद अपने नेत्रां दे नाल देखदा है कि धन गुरु नानक देव साहब सच्चे पातशाह जी वर्षां दे थल्ले, रुखां दे थल्ले, उस वण दे थल्ले विश्राम कर रहे हन। सूरज सतसंगत जी अपनी एक दिशा तो दूसरी दिशा ते जा चुका है, पर वो जिहड़ा वण दा परछावां है ना, उत्थे ही खलोता है। जिथे सतगुरां जी ने आराम फरमाया है, जिथे सतगुरु जी सतसंगत जी बिराजे होए सन, वो वण दा परछावां, वो छां उत्थे ही खलोती। इदां हो सकदा है? सतसंगत जी करन कारण समर्थ हन, वो निरंकार है, वो रब है, उन्होंने अपने नाल रला करके ना वेखो। ये जिहड़ी कुदरत बनाई उन्हें है ते ओदी कुदरत ने फिर ओदे चरनां च झुकना ही है ना। वण दा परछावां उत्थे रुकिया है ते कुछ क किरणां सतगुरां जी दे चेहरे दे उत्ते आके धुपदियां पैंदियां हन। कुछ क किरणां, कुछ क किरणां सतगुरु जी दे चेहरे दे उत्ते आके धुपदियां पईयां ते सतसंगत जी उत्थे फिर एक फनियर सप आ करके सतगुरां जी दे चेहरे ते छां कर दिंदा है। अपनी फन नूं फैला करके ना ते उन्हें यतन किया कि धुप दियां किरणां किते इस अकाल पुरख परमात्मा निरंकार दे चेहरे ते ना पै जाण। अपनी फन फैला करके उन्हें सतसंगत जी छां कर दित्ती। छां ते अजकल कई वीर पता की कहिंदे आ, ओ भाई मन घड़त गल्लां ने, इदां ना क्या करो, भला कोई सप भी छां कर सकदा है? क्यों नहीं कर सकदा? गुरमुखो, पहला ही बेनती की कि धन गुरु नानक देव साहब सच्चे पातशाह जी नूं अपने नाल ना रलाओ। ओ रब हन, रब आप निरंकार, आप नारायण हन। ओ आप नारायण कला थार जग में परवरियो। धन गुरु नानक देव साहब सच्चे पातशाह जी। सप जिहड़ा है ना, वो राग दा शौकीन है, राग दा। अज जदों जोगी बीन वजाउंदे आ ते वो राग दे विच बीन वजाउंदे ते सप नूं मजबूरन उत्थे आ करके हाज़र होना पैंदा है। वो राग दा शौकीन है ते गुरमुखो धन गुरु नानक देव साहब सच्चे पातशाह जी ते राग दे सोमे हन। धन गुरु नानक देव साहब सच्चे पातशाह जी दे चरनां दे विच ते सारे राग झुकदे हन। वो ते तरला लैंदे आ करके राग राग कहिंदे सतगुरु ये दुनिया दियां लोकां ने की कीता है, साडा इतिहास ही बिगाड़ दिता है। असीं तां बने सां कि निरंकार दी उस्तति करदे, पर इन्हां लोकां ने विच साकतां ने पा के गंदे गंदे गीत पा के लचरता दे गीत ते साडा रूप बिगाड़ दिता है। गुरु नानक सच्चे पातशाह कर किरपा, साडे ते मेहर कर, असीं भी बख्शे जाइए। ते सतसंगत जी फिर सतगुरां जी ने रागां नूं बाणी च दर्जा दे दिता ते उन्हां नूं भी बख्श लिया है। वो भी आ करके तरले लेंदे हन। गुरु नानक देव साहब सच्चे पातशाह जी राग दे सोमे हन, राग दे ते राग दे सोमे सन ते सप दा सप जिहड़ा राग दा शौकीन है। सप जिहड़ा है ना वो राग दा शौकीन है, इस करके सतगुरां जी दे पास आया सी। सप दे अंदर जहर हुंदा है, सप दे अंदर जहर हुंदा है। अपनी जहर दी तपश नूं मिटाउण दे लई वो चंदन दा सहारा लैंदा है। क्यों? क्योंकि चंदन ठंडा हुंदा है। सप दे अंदर जहर हुंदा है। असल दे विच ये कौतक सानूं विखाउण दे लई कीते सतगुरां जी ने। सतगुरां जी ने सानूं विखाया कि जिद्दां
ਭਾਈ ਪ੍ਰਤੱਖ ਸੱਪ ਨੇ ਆ ਕਰਕੇ ਸਤਿਗੁਰਾਂ ਜੀ ਦਾ ਆਸਰਾ ਲੈ ਕਰਕੇ ਆਪਣੇ ਅੰਦਰ ਦੀ ਤਪਸ਼ ਨੂੰ ਮਿਟਾ ਲਿਆ। ਉਹ ਗੁਰੂ ਦਿਆ ਸਿੱਖਾ, ਤੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆਇਆ ਕਰ, ਤੂੰ ਵੀ ਸਤਿਗੁਰਾਂ ਜੀ ਦੀ ਬਾਣੀ ਸੁਣਿਆ ਕਰ, ਤੂੰ ਵੀ ਆਪਣੇ ਅੰਦਰ ਦੀ ਤਪਸ਼ ਨੂੰ ਮਿਟਾ ਲਾ, ਤੂੰ ਵੀ ਆਪਣੇ ਅੰਦਰ ਦੀ ਈਰਖਾ ਨੂੰ ਖਤਮ ਕਰ, ਤੂੰ ਵੀ ਆਪਣੇ ਅੰਦਰ ਦੇ ਹੰਕਾਰ ਨੂੰ ਛੱਡ ਦੇ। ਤੇਰੇ ਅੰਦਰ ਵੀ ਤੇ ਜ਼ਹਿਰ ਆ ਨਾ। ਕਾਮ ਕ੍ਰੋਧ ਕਾਇਆ ਕੋ ਗਾਲੇ, ਜੋ ਕੰਚਨ ਸੁਹਾਗਾ ਢਾਲੇ। ਆ ਜਿਹੜਾ ਕਾਮ ਤੇ ਕ੍ਰੋਧ ਆ ਨਾ, ਜਿਹੜਾ ਦੁਨਿਆਵੀ ਜ਼ਹਿਰ ਹੁੰਦਾ ਹੈ ਨਾ, ਦੁਨਿਆਵੀ ਜ਼ਹਿਰ, ਇਹ ਉਹਦੇ ਨਾਲੋਂ ਵੀ ਖਤਰਨਾਕ ਜੇ। ਕਿਉਂ ਖਤਰਨਾਕ ਹੈ? ਕਿਉਂਕਿ ਜਿਹੜਾ ਦੁਨਿਆਵੀ ਜ਼ਹਿਰ ਆਪਾਂ ਭਾਂਡੇ ਦੇ ਵਿੱਚ ਪਾ ਦਿੰਦੇ ਆ ਨਾ, ਉਹ ਕਦੀ ਭਾਂਡੇ ਦਾ ਨੁਕਸਾਨ ਨਹੀਂ ਜੇ ਕਰਦਾ। ਪਰ ਇਹ ਜਿਹੜਾ ਜ਼ਹਿਰ ਆ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ, ਇਹ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਕਿ ਕਾਮ ਕ੍ਰੋਧ ਕਾਇਆ ਕੋ ਗਾਲੇ। ਇਹ ਸਾਡੇ ਸਰੀਰ ਨੂੰ ਅੰਦਰੋਂ ਗਾਲਦਾ ਜੇ। ਏਡਾ ਭਿਆਨਕ ਜ਼ਹਿਰ ਹੈ ਕਿ ਸਾਡੇ ਸਰੀਰ ਨੂੰ ਅੰਦਰੋਂ ਗਾਲਦਾ ਹੈ। ਜਿਸ ਤਰ੍ਹਾਂ ਉਸ ਸੱਪ ਨੇ ਆ ਕਰਕੇ ਸੇਵਾ ਕੀਤੀ ਆਪਣੀ ਫਨ ਫਲਾਰ ਕੇ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਪਣੇ ਅੰਦਰ ਦੇ ਜ਼ਹਿਰ ਨੂੰ ਦੂਰ ਕਰ ਲਿਆ। ਇਸੇ ਤਰ੍ਹਾਂ ਗੁਰੂ ਦਿਆ ਸਿੱਖਾ, ਤੂੰ ਵੀ ਸਤਿਗੁਰੂ ਜੀ ਦੇ ਚਰਨਾਂ 'ਚ ਆ, ਤੂੰ ਵੀ ਬਾਣੀ ਦੇ ਨਾਲ ਜੁੜ, ਤੂੰ ਵੀ ਸ਼ਬਦ ਦੇ ਨਾਲ ਜੁੜ, ਆਪਣੇ ਅੰਦਰ ਦੇ ਜ਼ਹਿਰ ਨੂੰ ਖਤਮ ਕਰ ਲਾ। ਸੋ ਸਤ ਸੰਗਤ ਜੀ, ਹੁਣ ਆਪਾਂ ਸ੍ਰੀ ਮੁਖਵਾਕ ਦੀ ਵਿਚਾਰ ਵੀ ਕਰੀਏ। ਕੱਲ ਨੂੰ ਫਿਰ ਅੱਗੇ ਆਪਾਂ ਜੋ ਇਤਿਹਾਸ ਹੈ ਉਹ ਵਾਚਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਵਰਤਾਉਂਦੇ ਹਨ ਕਿ ਅਸਲੀ ਸਿੱਖ ਕੌਣ ਹੈ ਜੀ? ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਸਿੱਖ ਹੀ ਉਹ ਹੈ ਜਿਹਨੇ ਗੁਰੂ ਦੀ ਗੱਲ ਮੰਨ ਲਈ, ਸਿੱਖ ਹੀ ਉਹ ਹੈ ਜਿਹਨੇ ਗੁਰੂ ਦਾ ਹੁਕਮ ਮੰਨ ਲਿਆ, ਜਿਹਨੇ ਕਹਿ ਦਿੱਤਾ ਨਾ ਆ ਕਿਉਂ, ਆ ਕਿੱਦਾਂ, ਆ ਕਿਉਂ ਹੋਇਆ, ਇਹ ਹੋਣਾ ਨਹੀਂ ਸੀ ਚਾਹੀਦਾ, ਏਦਾਂ ਹੋ ਨਹੀਂ ਸਕਦਾ, ਉਹ ਸਿੱਖ ਨਹੀਂ ਜੇ। ਉਹ ਸਿੱਖ ਨਹੀਂ ਜੇ ਉੱਤੇ ਤਰਕ ਦੀਆਂ ਕੈਂਚੀਆਂ ਚੁੱਕੀ ਫਿਰਦਾ ਹੈ, ਉਹ ਸਿੱਖ ਨਹੀਂ ਹੋ ਸਕਦਾ। ਸਿੱਖ ਦਾ ਸੁਭਾਅ ਹੈ ਸਤ ਬਚਨ, ਗੁਰੂ ਦੇ ਬਚਨਾਂ ਨੂੰ ਮੰਨਣਾ, ਸਤ ਬਚਨ ਜਾਣ ਕਰਕੇ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇਸ਼ਾਰਾ ਕੀਤਾ, ਇਸ਼ਾਰਾ ਕਿ ਭਾਈ ਸੰਗਤਾਂ ਦਾ ਇਕੱਠ ਬੜਾ ਹੋ ਗਿਆ ਹੈ, ਕਿੱਕਰ ਨੂੰ ਹਲੂਣਾ ਦਿਓ, ਮਠਿਆਈਆਂ ਡਿੱਗਣਗੀਆਂ ਤੇ ਸੰਗਤਾਂ ਨੂੰ ਛਕਾਵਾਂਗੇ। ਕਿੱਕਰ ਨੂੰ ਹਲੂਣਾ ਦਿਓ, ਮਠਿਆਈਆਂ ਡਿੱਗਣਗੀਆਂ ਤੇ ਸੰਗਤਾਂ ਨੂੰ ਛਕਾਵਾਂਗੇ। ਇਸ਼ਾਰਾ ਕੀਤਾ ਬਾਬਾ ਸ੍ਰੀ ਚੰਦ ਜੀ ਵੱਲ, ਇਸ਼ਾਰਾ ਕੀਤਾ ਬਾਬਾ ਲਖਮੀ ਦਾਸ ਜੀ ਵੱਲ, ਤੇ ਇਸ਼ਾਰਾ ਉੱਥੇ ਸਾਡੇ ਵੱਲ ਵੀ ਹੋਇਆ ਹੈ। ਸਾਡੇ ਵਰਗੇ ਵੀ ਬੈਠੇ ਹੋਣਗੇ ਸੰਗਤ ਰੂਪ ਦੇ ਵਿੱਚ, ਤੇ ਉੱਥੇ ਸੋਚਿਆ ਪਤਾ ਕੀ, ਇਦਾਂ ਥੋੜੀ ਹੋ ਸਕਦਾ ਹੈ। ਕਦੀ ਕਿੱਕਰ ਨੂੰ ਵੀ ਮਠਿਆਈਆਂ ਲੱਗੀਆਂ। ਇਸ਼ਾਰਾ ਕੀਤਾ ਭਾਈ ਲਹਿਣਾ ਜੀ ਵੱਲ, ਛਾਲ ਮਾਰ ਕੇ ਕਿੱਕਰ ਤੇ ਚੜ ਗਏ, ਛਾਲ ਮਾਰ ਕੇ ਆਵਾਜ਼ ਆਈ ਲਹਿਣਿਆ, ਝੱਲਾ ਹੋ ਗਿਆ। ਕਦੀ ਕਿੱਕਰਾਂ ਨੂੰ ਵੀ ਮਠਿਆਈ ਲੱਗੀ ਹੈ। ਤੇ ਭਾਈ ਲਹਿਣਾ ਜੀ ਨੇ ਉਸ ਵੇਲੇ ਜਿਹੜਾ ਉੱਤਰ ਦਿੱਤਾ ਨਾ, ਉਹ ਆਪਾਂ ਨੂੰ ਮਨ ਦੇ ਵਿੱਚ ਵਸਾਉਣਾ ਚਾਹੀਦਾ ਹੈ। ਭਾਈ ਲਹਿਣਾ ਜੀ ਉਸ ਵੇਲੇ ਕਹਿੰਦੇ ਕਿ ਮੈਨੂੰ ਇਹ ਨਹੀਂ ਪਤਾ ਕਿ ਕਿੱਕਰਾਂ ਨੂੰ ਮਠਿਆਈ ਲੱਗਦੀ ਏ ਇਦਾਂ ਕਿ ਨਹੀਂ ਲੱਗਦੀ, ਮੈਂ ਤੇ ਸਿਰਫ ਇਹ ਸੁਣਿਆ ਕਿ ਮੇਰੇ ਗੁਰੂ ਦਾ ਹੁਕਮ ਆ ਕਿ ਕਿੱਕਰ ਨੂੰ ਹਲੂਣਾ ਦਿਓ, ਤੇ ਮੈਂ ਗੁਰੂ ਦੇ ਹੁਕਮ ਨੂੰ ਵਜਾ ਰਿਹਾ। ਮਠਿਆਈ ਲਾਉਣੀ ਕੰਮ ਗੁਰੂ ਨਾਨਕ ਦਾ ਹੈ, ਉਹ ਕਿਰਪਾ ਕਰੇ ਤੇ ਲਾ ਵੀ ਸਕਦਾ ਹੈ। ਤੇ ਇਤਿਹਾਸ ਦੱਸਦਾ ਹੈ, ਸਾਖੀਆਂ ਦੱਸਦੀਆਂ, ਤੇ ਲੱਗੀ ਵੀ ਤੇ ਸੰਗਤਾਂ ਨੇ ਛਕੀ ਵੀ। ਇਹ ਵਡਿਆਈ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਜਿਨੇ ਹੁਕਮ ਮੰਨ ਲਿਆ ਉਹ ਸਿੱਖ ਜੇ, ਜਿਨੇ ਹੁਕਮ ਮੰਨ ਲਿਆ ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਭਾਣੇ 'ਚ ਹੈ, ਜਿਨੇ ਹੁਕਮ ਮੰਨਿਆ ਉਹ ਸਿੱਖ ਹੈ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਗੁਰੂ ਦੀ ਮੰਨੀ ਨਹੀਂ ਤੇ ਮਨ ਦੀ ਮੰਨਦੇ ਰਹੇ, ਆਪਣੇ ਮਨ ਦੇ ਪਿੱਛੇ ਲੱਗੇ ਰਹੇ। ਆਪਣੇ ਭਾਣੇ ਜੋ ਚੱਲੇ ਭਾਈ, ਉਹਨਾਂ ਨੂੰ ਵਿਛੋੜਾ ਪੈ ਗਿਆ। ਵਿਛੋੜਾ ਕਾਹਦਾ?
ਨਾਮ ਦਾ ਵਿਛੋੜਾ, ਬਾਣੀ ਦਾ ਵਿਛੋੜਾ। ਉਹ ਪਰਮੇਸ਼ਰ ਨੂੰ ਭੁੱਲ ਗਏ। ਪਰਮੇਸ਼ਰ ਨੂੰ ਸਤਿਗੁਰੂ ਜੀ ਕਿਰਪਾ ਕਰਦੇ ਹਨ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਤੇ ਉਹ ਰੋਗੀ ਹੋ ਗਏ। ਰੋਗੀ ਮਨ ਕਰਕੇ, ਬਿਰਤੀ ਕਰਕੇ, ਕਰਮਾਂ ਕਰਕੇ। ਕਿਉਂ? ਕਿਉਂਕਿ ਆਪਣੇ ਭਾਣੇ ਚੱਲੇ। ਗੁਰੂ ਦੀ ਸੁਣ ਕੇ ਉਹਨਾਂ ਮੰਨੀ ਨਹੀਂ। ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ, ਫਿਰ ਪਛੋਤਾਵੈ। ਸਤਿਗੁਰੂ ਤੋਂ ਬਿਨਾ ਸੁਖ ਨਹੀਂ। ਸੁਖ ਲੱਭਣ ਦੇ ਅਸੀਂ ਬੜੇ ਯਤਨ ਕਰਦੇ ਹਾਂ। ਕਿਸੇ ਵੇਲੇ ਸਾਡੀ ਮੱਤ ਇੰਨੀ ਖਰਾਬ ਹੋ ਜਾਂਦੀ ਆ ਕਿ ਕੋਈ ਸਾਨੂੰ ਕਹਿ ਦਵੇ ਨਾ ਕਿ ਭਾਈ ਤੂੰ ਕਿਸੇ ਨੂੰ ਦੁੱਖ ਦੇ ਦੇ ਤੇ ਤੈਨੂੰ ਸੁੱਖ ਮਿਲ ਜਾਊਗਾ, ਤੇ ਅਸੀਂ ਉਹ ਵੀ ਕਰਨ ਦਾ ਯਤਨ ਕਰ ਦਿੰਦੇ ਹਾਂ। ਕੋਈ ਸਾਨੂੰ ਕਹਿ ਦਵੇ ਨਾ ਕਿ ਭਾਈ ਫਲਾਣੇ ਨੂੰ ਤੂੰ ਦੁੱਖ ਦੇ ਦੇ ਤੇ ਤੈਨੂੰ ਸੁੱਖ ਮਿਲ ਜਾਵੇਗਾ, ਅਸੀਂ ਉਹ ਵੀ ਕਰਨ ਦਾ ਯਤਨ ਕਰਦੇ ਹੋ ਰਿਹਾ ਜੇ। ਆ ਜਿਹੜੇ ਦੰਭੀ ਪਖੰਡੀ ਹਨ ਨਾ, ਇਹੋ ਹੀ ਯਤਨ ਕਰਦੇ ਕਿ ਭਾਈ ਕਿਸੇ ਨਾ ਕਿਸੇ ਤਰ੍ਹਾਂ ਸ਼ਿਕਾਰ ਨੂੰ ਆਪਣੇ ਜਾਲ ਦੇ ਵਿੱਚ ਫਸਾ ਲਈਏ। ਉਹ ਕਹਿਣਗੇ ਜਾ ਭਾਈ ਆ ਚੀਜ਼ ਲੈ ਜਾ, ਫਲਾਣੇ ਦੇ ਘਰ ਸੁੱਟ ਦਈ, ਉਹਦਾ ਨੁਕਸਾਨ ਹੋ ਜਾਊਗਾ, ਤੇਰਾ ਭਲਾ ਹੋ ਜਾਊਗਾ। ਏਦਾਂ ਨਹੀਂ ਜੀ ਹੁੰਦਾ। ਸਾਨੂੰ ਸਤਿਗੁਰਾਂ ਜੀ ਨੇ ਸਿਖਾਇਆ, ਭਲਿਆ ਜੇ ਭਲਾ ਚਾਹੁੰਦਾ ਹੈ ਨਾ ਤੇ ਕੀ ਕਰਨਾ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਭਲਾ ਹੋਣਾ ਹੀ ਉਦੋਂ ਜਦੋਂ ਸਾਰਿਆਂ ਦਾ ਮੰਗੋਗੇ। ਭਲਾ ਹੋਣਾ ਹੀ ਉਦੋਂ ਜਦੋਂ ਗੁਆਂਢੀ ਦਾ ਵੀ ਮੰਗੋਗੇ। ਭਲਾ ਉਦੋਂ ਹੋਵੇਗਾ ਜਦੋਂ ਸਾਰਿਆਂ ਲਈ ਮੰਗੋਗੇ। ਰਜਵਾ ਪ੍ਰਸ਼ਾਦਾ ਉਸ ਦਿਨ ਦੇਣਗੇ ਸਤਿਗੁਰੂ। ਸੰਤੋਖ ਉਸ ਦਿਨ ਮਿਲੂਗਾ ਜਿਸ ਦਿਨ ਪ੍ਰਸ਼ਾਦਾ ਛਕਣ ਲੱਗਿਆ ਗੁਰੂ ਦਾ ਸਿੱਖਾ ਕਵੇਂਗਾ, ਸੱਚੇ ਪਾਤਸ਼ਾਹ ਜੇ ਮੈਨੂੰ ਦਿੱਤਾ ਇੱਥੇ ਸਾਰਿਆਂ ਨੂੰ ਦੇ ਦੇ। ਸਰਬੱਤ ਦਾ ਭਲਾ। ਤੇ ਇਹ ਸੁੱਖ ਕਿਤੋਂ ਮਿਲ ਸਕਦਾ? ਨਹੀਂ, ਇਹ ਗੁਰੂ ਤੋਂ ਹੀ ਮਿਲਣਾ ਹੈ। ਬਿਨ ਸਤਿਗੁਰ ਸੁੱਖ ਕਦੇ ਨਾ ਪਾਵੇ ਭਾਈ। ਗੁਰੂ ਤੋਂ ਬਿਨਾਂ ਸੁੱਖ ਨਹੀਂ। ਅਸੀਂ ਦੁਖੀ ਕਿਉਂ ਹੁੰਦੇ ਹਾਂ? ਕਿਉਂਕਿ ਅਸੀਂ ਗੁਰੂ ਤੋਂ ਵਿਛੜ ਚੁੱਕੇ ਹਾਂ। ਸ਼ਬਦ ਗੁਰੂ ਦੇ ਨਾਲ ਜੁੜ ਜਾਈਏ, ਸੁੱਖ ਮਿਲੇਗਾ। ਬਿਨ ਸਤਿਗੁਰ ਸੁੱਖ ਕਦੇ ਨਾ ਪਾਵੇ ਭਾਈ। ਗੁਰੂ ਤੋਂ ਬਿਨਾਂ ਸੁੱਖ ਨਹੀਂ, ਫਿਰ ਪਛੋਤਾਵੇ। ਜੇ ਗੁਰੂ ਦੇ ਨਾਲ ਨਹੀਂ ਨਾ ਜੁੜਦੇ, ਵਾਰ-ਵਾਰ ਪਛਤਾਉਣਾ ਪੈਂਦਾ ਹੈ ਜੀ। ਹਰਿ ਕੇ ਦਾਸ ਸੁਹੇਲੇ ਭਾਈ। ਜਿਹੜੇ ਹਰੀ ਪਰਮਾਤਮਾ ਦੇ ਦਾਸ ਹਨ ਉਹ ਸੁਹੇਲੇ ਹਨ। ਸੁਹੇਲੇ ਸ਼ਬਦ ਤੋਂ ਭਾਵ ਹੈ ਕਿ ਉਹ ਸੁਖੀ ਹਨ। ਉਹ ਖੇੜੇ ਦੇ ਵਿੱਚ ਰਹਿੰਦੇ ਹਨ, ਉਹ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਹਨ। ਹਰਿ ਕੇ ਦਾਸ, ਇੱਕ ਇੱਕ ਸ਼ਬਦ ਸਾਨੂੰ ਸਿੱਖਿਆ ਦਿੰਦਾ ਜੇ। ਇੱਕ ਇੱਕ ਸ਼ਬਦ, ਇੱਕ ਇੱਕ ਲਗਾ ਮਾਤਰ ਸਾਨੂੰ ਸਿੱਖਿਆ ਦਿੰਦੀ ਜੇ। ਤਾਂ ਹੀ ਤਾਂ ਸਤਿਗੁਰਾਂ ਜੀ ਨੇ ਸਮਝਾਇਆ, ਗੁਰੂ ਦਾ ਸਿੱਖਾ ਜਦੋਂ ਬਾਣੀ ਪੜ੍ਹਨੀ ਆ ਨਾ, ਬੜੇ ਪ੍ਰੇਮ ਦੇ ਨਾਲ ਪੜ੍ਹਿਆ ਕਰ। ਇੱਕ ਇੱਕ ਲਗਾ ਮਾਤਰ ਦਾ, ਇੱਕ ਇੱਕ ਸ਼ਬਦ ਦਾ ਧਿਆਨ ਧਰ ਕੇ ਪੜ੍ਹਿਆ ਕਰ। ਹਰ ਕੇ ਜਿਹੜੇ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜੇ ਹਨ, ਜਿਹੜੇ ਨਿਰੰਕਾਰ ਦੇ ਨਾਲ ਜੁੜ ਗਏ, ਉਹ ਹਰ ਜਿਹੜਾ ਸਾਨੂੰ ਹਰਿਆ ਭਰਿਆ ਕਰਦਾ ਹੈ, ਜਿਹੜਾ ਸਾਡੇ ਸੁੱਕੇ ਹੋਏ ਗੁਣਾਂ ਨੂੰ ਹਰੇ ਕਰਨ ਦੇ ਸਮਰੱਥ ਰੱਖਦਾ ਹੈ, ਉਹ ਹਰ ਜੋ ਸਾਡੇ ਪਾਪਾਂ ਵਿਕਾਰਾਂ ਨੂੰ ਹਰ ਲੈਣ ਵਾਲਾ ਹੈ, ਉਹ ਹਰ ਜੋ ਕਣ ਕਣ ਦੇ ਵਿੱਚ ਜਰੇ ਜਰੇ ਦੇ ਵਿੱਚ ਸਮਾਇਆ ਹੋਇਆ ਹੈ। ਹਰ ਕੇ ਤੇ ਦਾਸ, ਦਾਸ ਸ਼ਬਦ ਤੋਂ ਕੀ ਭਾਵ ਹੈ? ਨਿਮਰਤਾ ਦੇ ਵਿੱਚ ਰਹਿਣਾ, ਨਿਮਰਤਾ ਦੇ ਵਿੱਚ ਨੀਵੇਂ ਹੋ ਕੇ ਰਹਿਣਾ। ਨੀਵੇਂ ਹੋ ਕੇ ਜਦੋਂ ਦਾਸ ਬਣ ਕੇ ਨਾਮ ਜਪੋਗੇ, ਦਾਸ ਬਣ ਕੇ ਸੇਵਾ ਕਰੋਗੇ, ਦਾਸ ਬਣ ਕੇ ਬਾਣੀ ਪੜੋਗੇ ਨਾ, ਫਿਰ ਸੁਹੇਲੇ ਹੋ ਜਾਓਗੇ ਭਾਈ। ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ, ਹਰ ਕੇ ਦਾਸ ਸੁਹੇਲੇ ਭਾਈ। ਭਾਈ ਸ਼ਬਦ ਇਹਦੀ ਬੜੀ ਮਹਾਨਤਾ ਜੇ। ਭਾਈ ਸ਼ਬਦ ਇਹਦੀ ਬੜੀ ਮਹਾਨਤਾ ਜੇ। ਅੱਧ ਦਾ ਹਿੱਸੇਦਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿੰਨੀ ਵੱਡੀ ਕਿਰਪਾ ਵਰਤਾਈ ਹੈ ਕਿ ਆਪਣੇ ਪਿਆਰਿਆਂ ਨੂੰ ਭਾਈ ਸ਼ਬਦ ਦੀ ਪਦਵੀ ਦੇ ਦਿੱਤੀ ਕਿ ਗੁਰਮੁਖੋ ਤੁਸੀਂ ਮੇਰੇ ਅੱਧ ਦੇ ਹਿੱਸੇਦਾਰ ਜੇ। ਆ ਭਾਈ ਬਹਿ ਭਾਈ। ਧੰਨ ਭਾਈ ਮਰਦਾਨਾ ਜੀ, ਧੰਨ ਧੰਨ ਭਾਈ ਮਣੀ ਸਿੰਘ ਜੀ,
ਧੰਨ ਧੰਨ ਭਾਈ ਬਿਧੀ ਚੰਦ ਜੀ। ਇਹ ਪਦਵੀਆਂ ਗੁਰਮੁਖੋ ਚਾਅ ਦੇ ਨਾਲ ਮਿਲੀਆਂ ਕਰਦੀਆਂ। ਇਹ ਤਾਂ ਬੇਨਤੀ ਕੀਤੀ ਕਿ ਆਪਾਂ ਨੂੰ ਨਾ ਜੇ ਕੋਈ ਭਾਈ ਕਹਿ ਦਵੇ ਤੇ ਗੁੱਸਾ ਜਿਹਾ ਚੜ ਜਾਂਦਾ ਹੈ, ਭਾਈ ਇਹ ਕਿਉਂ ਕਹਿਤਾ ਜੀ। ਨਹੀਂ, ਚਾਅ ਦੇ ਨਾਲ ਸਤਿਗੁਰੂ ਜੀ ਆਪਣੀ ਸੰਗਤ ਨੂੰ ਭਾਈ ਦਾ ਦਰਜਾ ਦਿੰਦੇ ਹਨ। ਸਤਿਗੁਰੂ ਜੀ ਆਪਣੇ ਪਿਆਰਿਆਂ ਨੂੰ ਭਾਈ ਦਾ ਦਰਜਾ ਦਿੰਦੇ ਸਨ। ਹਰ ਕੇ ਦਾਸ ਸੁਹੇਲੇ ਭਾਈ। ਭਾਈ ਹਰੀ ਪ੍ਰਮਾਤਮਾ ਦੇ ਦਾਸ ਸੁਹੇਲੇ ਹਨ। ਜਨਮ ਜਨਮ ਕੇ ਕਿਲ ਬਿਖ ਦੁੱਖ ਕਾਟੇ, ਆਪੇ ਮੇਲ ਮਿਲਾਈ। ਉਹ ਸੁਹੇਲੇ ਕਿਉਂ ਹੋ ਗਏ? ਕਿਉਂਕਿ ਉਹਨਾਂ ਦੇ ਜਨਮਾਂ ਜਨਮਾਂ ਦੇ ਕਿਲ ਬਿਖ, ਜਿਹੜੇ ਪਾਪ ਕਿੱਲੇ ਵਾਂਗੂ ਗੱਡੇ ਹੋਏ ਸਨ, ਜਿਹੜੇ ਸਾਡਾ ਖਹਿੜਾ ਨਹੀਂ ਸਨ ਛੱਡਦੇ, ਉਹ ਕੱਟ ਦਿੱਤੇ ਸਤਿਗੁਰਾਂ ਜੀ ਨੇ। ਕੱਟੇ ਕਿੱਦਾਂ ਗਏ? ਮਿਲਾਪ ਹੋ ਗਿਆ ਸ਼ਬਦ ਗੁਰੂ ਦੇ ਨਾਲ। ਬਾਣੀ ਨੇ ਸਾਨੂੰ ਜੀਵਨ ਜਾਚ ਦੱਸ ਦਿੱਤੀ, ਤਾਂ ਕੱਟੇ ਗਏ। ਰਹਾਓ ਵਿਸ਼ਰਾਮ ਦੇ ਕਰਕੇ ਬਖਸ਼ਿਸ਼ ਕਰਦੇ ਹਨ। ਇਹੋ ਕੁਟੰਬ ਸਭ ਜੀ ਕੇ ਬੰਧਨ ਭਾਈ, ਭਰਮ ਭੁੱਲਾ ਸੰਸਾਰਾ। ਇਹੋ ਕੁਟੰਬ, ਕੁਟੰਬ ਸ਼ਬਦ ਤੋਂ ਭਾਵ ਹੈ ਪਰਿਵਾਰ, ਤੇ ਸਭ ਜੀ ਕੇ ਬੰਧਨ ਭਾਈ। ਸਤਿਗੁਰੂ ਜੀ ਕਹਿੰਦੇ ਭਲਿਆ ਘਰ ਨਹੀਂ ਛੱਡਣਾ, ਜੰਗਲਾਂ ਦੇ ਵਿੱਚ ਨਹੀਂ ਜਾਣਾ, ਗ੍ਰਹਿਸਥ ਧਰਮ ਨੂੰ ਨਿਭਾਉਣਾ ਹੈ ਤੇ ਤੈਨੂੰ ਮੁਕਤੀ ਮਿਲ ਜਾਵੇਗੀ, ਤੈਨੂੰ ਰੱਬ ਦੀ ਪ੍ਰਾਪਤੀ ਹੋ ਜਾਵੇਗੀ। ਪਰ ਇੱਥੇ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਪਰਿਵਾਰ ਆ ਉਹ ਬੰਧਨ ਆ। ਕਾਰਨ ਕੀ ਹੈ? ਇਹੋ ਕੁਟੰਬ ਸਭ ਜੀ ਕੇ ਬੰਧਨ ਭਾਈ। ਕਿਉਂ? ਜੇ ਅਸੀਂ ਧੀਆਂ ਪੁੱਤਰਾਂ ਦੇ ਵਿੱਚ ਰਹਿ ਕੇ ਰੱਬ ਨੂੰ ਭੁੱਲ ਗਏ ਤੇ ਉਹ ਬੰਧਨ ਬਣ ਗਿਆ। ਜੇ ਅਸੀਂ ਪਰਿਵਾਰ ਦੇ ਵਿੱਚ ਰਹਿ ਕਰਕੇ ਰੱਬ ਨੂੰ ਵਿਸਾਰ ਦਿੱਤਾ ਤੇ ਉਹ ਸਾਡੇ ਲਈ ਬੰਧਨ ਬਣ ਗਿਆ। ਤੇ ਜੇ ਅਸੀਂ ਪਰਿਵਾਰ ਦੇ ਵਿੱਚ ਰਹਿ ਕਰਕੇ ਰੱਬ ਨੂੰ ਯਾਦ ਰੱਖਿਆ ਤੇ ਉਹ ਸਾਡੇ ਲਈ ਗ੍ਰਹਿਸਥ ਬਣ ਗਿਆ। ਇੰਨਾ ਹੀ ਫਰਕ ਜੇ ਬਸ। ਤੇ ਜੇ ਅਸੀਂ ਰੱਬ ਭੁੱਲ ਗਏ, ਪਰਮਾਤਮਾ ਨੂੰ ਭੁੱਲ ਗਏ, ਤੇ ਫਿਰ ਭਰਮ ਭੁੱਲਾ ਸੰਸਾਰਾ। ਇਸ ਭਰਮ ਦੇ ਵਿੱਚ ਸਾਰਾ ਹੀ ਸੰਸਾਰ ਫਸਿਆ ਹੋਇਆ ਹੈ। ਬਿਨ ਗੁਰ ਬੰਧਨ ਟੁੱਟੈ ਨਾਹੀ, ਗੁਰਮੁਖ ਮੋਖ ਦੁਆਰਾ। ਗੁਰੂ ਤੋਂ ਬਿਨਾ ਫਿਰ ਇਹ ਬੰਧਨ ਨਹੀਂ ਟੁੱਟਦੇ। ਗੁਰੂ ਕਿਰਪਾ ਕਰੇ ਤੇ ਫਿਰ ਸਤ ਸੰਗਤ ਜੀ ਨਿਜ ਘਰ ਦੇ ਵਿੱਚ ਵਾਸਾ ਹੁੰਦਾ ਹੈ, ਮੋਖ ਦੀ ਪਦਵੀ ਮਿਲਦੀ ਹੈ। ਕਰਮ ਕਰ ਹੈ ਗੁਰ ਸ਼ਬਦ ਨਾ ਪਛਾਣ ਹੈ, ਮਰ ਜਨਮਹਿ ਵਾਰੋ ਵਾਰਾ। ਕਰਮ ਕਰ ਹੈ, ਇਹਨਾਂ ਹੱਥਾਂ ਦੇ ਨਾਲ ਕਿਰਤ ਕਰਨ ਦਾ ਉਪਦੇਸ਼ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਤੇ ਜੇ ਸਤ ਸੰਗਤ ਜੀ ਅਸੀਂ ਵਿਹਲੜ ਜਿਹੇ ਹੋ ਕੇ ਬਹਿ ਜਾਈਏ ਤੇ ਉਹ ਗੁਰੂ ਨੂੰ ਭਾਉਂਦਾ ਨਹੀਂ। ਸਤਿਗੁਰੂ ਜੀ ਕਹਿੰਦੇ ਭਾਈ ਗੁਰੂ ਦਾ ਸਿੱਖ ਕੰਮਕਾਰ ਕਰਨ ਵਾਲਾ ਹੋਣਾ ਚਾਹੀਦਾ ਹੈ। ਪਰ ਇੱਥੇ ਸਤਿਗੁਰੂ ਜੀ ਕਹਿੰਦੇ ਕਰਮ ਕਰਹਿ ਗੁਰ ਸ਼ਬਦ ਨਾ ਪਛਾਣੇ, ਮਰ ਜਨਮੇ ਵਾਰੋ ਵਾਰਾ। ਜੇ ਕਰਮ ਕੀਤੇ ਤੇ ਭਾਈ ਜਨਮ ਮਰਨ ਦੇ ਚੱਕਰ 'ਚ ਫਸ ਜਾਏਗਾ। ਸੱਚੇ ਪਾਤਸ਼ਾਹ ਕੀ ਪਹੇਲੀ ਪਾ ਦਿੱਤੀ ਸਾਨੂੰ ਸਮਝਾਓ। ਤੇ ਸਤਿਗੁਰੂ ਜੀ ਸਮਝਾਉਂਦੇ ਭਾਈ ਕਰਮ ਕਰਹਿ ਗੁਰ ਸ਼ਬਦ ਨਾ ਪਛਾਣੇ। ਜੇ ਕੰਮਾਂ ਕਾਰਾਂ 'ਚ ਫਸ ਕੇ ਰੱਬ ਨੂੰ ਭੁੱਲ ਗਿਆ, ਸਾਰਾ ਦਿਨ ਮਿਹਨਤ ਮਜ਼ਦੂਰੀ ਕਰਦਾ ਰਿਹਾ, ਕਦੀ ਵਾਹਿਗੁਰੂ ਨਹੀਂ ਮੂੰਹ 'ਚੋਂ ਨਿਕਲਿਆ, ਤੇ ਫਿਰ ਸਮਝ ਕਿ ਤੂੰ ਜਨਮ ਮਰਨ ਦੇ ਚੱਕਰ 'ਚ ਪੈ ਗਿਆ ਆ। ਹਉ ਮੇਰਾ ਜਗ ਪਲਚ ਰਹਿਆ ਭਾਈ, ਕੋਈ ਨਾ ਕਿਸ ਹੀ ਕੇਰਾ। ਸਾਰੇ ਕਹਿੰਦੇ ਆ ਮੇਰਾ, ਆ ਮੈਂ ਕੀਤਾ, ਮੈਂ ਕਮਾਇਆ, ਮੈਂ ਲਿਆਂਦਾ। ਸਤਿਗੁਰੂ ਜੀ ਕਹਿੰਦੇ ਨਹੀਂ ਭਲਿਆ, ਇਹ ਜਗਤ ਸਾਰਾ ਭੁਲੇਖੇ ਦੇ ਵਿੱਚ ਹੀ, ਕੋਈ ਨਾ ਕਿਸ ਹੀ ਕੇਰਾ। ਅਸਲ ਦੇ ਵਿੱਚ ਕੋਈ ਕਿਸੇ ਦਾ ਨਹੀਂ ਜੇ ਬਣਦਾ ਭਾਈ। ਕੇਵਲ ਨਾਮ ਗੁਰੂ ਦੀ ਬਾਣੀ ਹੀ ਸੱਚੇ ਸਾਥੀ ਹਨ ਤੇ ਉਹੀ ਸਾਥ ਨਿਭਾਉਂਦੇ ਹਨ। ਗੁਰਮੁਖ ਮਹਿਲ ਪਾਇਨ ਗੁਣ ਗਾਇਨ, ਨਿਜ ਘਰ ਹੋਏ ਬਸੇਰਾ। ਤੇ ਗੁਰਮੁਖਾਂ ਨੇ ਗੁਣ ਗਾ ਕੇ ਨਿਜ ਘਰ ਦਾ ਵਾਸਾ ਲੈ ਲਿਆ। ਗੁਰਮੁਖਾਂ ਨੇ ਅਕਾਲ ਪੁਰਖ ਪ੍ਰਮਾਤਮਾ ਨੂੰ ਧਿਆ ਕਰਕੇ ਨਿਜ ਘਰ ਦੀ ਪ੍ਰਾਪਤੀ ਕਰ ਲਈ। ਗੁਰਮੁਖ ਮਹਿਲ ਪਾਇਨ ਗੁਣ ਗਾਇਨ, ਗੁਣ ਗਾ ਕੇ 2 ਮਿੰਟ ਦੀ ਹਾਜ਼ਰੀ ਸਤ ਸੰਗਤ ਜੀ ਲਵਾਓ। ਸਾਰੀ ਸੰਗਤ ਕਿਰਪਾ ਕਰੋ, ਆਪਾਂ ਵੀ ਗੁਣ ਗਾ ਲਈਏ। ਵਾਹਿਗੁਰੂ ਗੁਰੂ ਮੰਤਰ ਨੂੰ ਦ੍ਰਿੜ ਕਰੀਏ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸ ਤਰ੍ਹਾਂ ਗੁਣ ਗਾਵਾਂਗੇ ਨਾ, ਯਾਦ ਕਰਾਂਗੇ ਪ੍ਰਭੂ ਪਰਮਾਤਮਾ ਨੂੰ, ਤੇ ਨਿਜ ਘਰ ਦਾ ਵਾਸਾ ਹੁੰਦਾ ਹੈ। ਨਿਜ ਘਰ ਹੋਏ ਬਸੇਰਾ। ਇਹ ਨਿਜ ਘਰ ਕੀ ਹੈ? ਇਹ ਹੈ ਸਹਿਜ ਅਵਸਥਾ, ਜਿੱਥੇ ਸਾਡਾ ਮਨ ਡੋਲਦਾ ਨਹੀਂ ਹੈ, ਅਡੋਲ ਹੋ ਜਾਂਦਾ ਹੈ। ਜਿੱਥੇ ਸਾਡੀ ਬਿਰਤੀ ਖਿੰਡਦੀ ਨਹੀਂ ਹੈ, ਟਿਕ ਜਾਂਦੀ ਹੈ। ਇਹਨੂੰ ਕਹਿੰਦੇ ਹਨ ਨਿਜ ਘਰ ਹੋਏ ਬਸੇਰਾ। ਇਹ ਹੈ ਪੱਕਾ ਘਰ, ਜਿਸ ਘਰ ਦੇ ਵਿੱਚ ਜਾ ਕੇ ਅਸੀਂ ਵਸਣਾ ਹੈ। ਭਾਈ ਡੱਲੇ ਨੇ ਬੇਨਤੀ ਕੀਤੀ ਸੀ ਨਾ ਕਿ ਸੱਚੇ ਪਾਤਸ਼ਾਹ ਆਪਣੇ ਚਰਨਾਂ 'ਚ ਜਗ੍ਹਾ ਦੇ ਦਿਓ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ, ਡੱਲਿਆ ਪਹਿਲਾਂ ਅੰਮ੍ਰਿਤ ਛਕ, ਪਹਿਲਾਂ ਗੁਰੂ ਵਾਲਾ ਬਣ, ਤੇ ਫਿਰ ਤੈਨੂੰ ਚਰਨਾਂ ਦੇ ਵਿੱਚ, ਤੂੰ ਪੀੜੀ ਦੀ ਗੱਲ ਕਰਦਾ ਭਾਵੇਂ ਮੰਜਾ ਢਾ ਲਈ। ਨਿਜ ਘਰ ਹੋਏ ਬਸੇਰਾ, ਇਹਦੀ ਵੀ ਚਿੰਤਾ ਕਰਿਆ ਕਰੀਏ ਜੀ। ਇੱਥੇ ਬੁੱਝੈ ਸੋ ਆਪ ਪਛਾਣੈ, ਹਰ ਪ੍ਰਭ ਹੈ ਤਿਸ ਕੇਰਾ। ਜਿੰਨੇ ਬੁੱਝ ਲਿਆ, ਤੇ ਬੁੱਝਣਾ ਸਾਨੂੰ ਇੱਥੇ ਹੀ ਪੈਣਾ ਜੇ। ਇਹ ਨਾ ਸੋਚਿਓ ਕਿ ਭਾਈ ਅਸੀਂ ਜਿਉਂਦੇ ਜੀ ਕਦੀ ਰੱਬ ਦਾ ਨਾਂ ਨਹੀਂ ਲਿਆ ਤੇ ਅੱਗੇ ਜਾ ਕੇ ਅਸੀਂ ਭਗਤੀ ਕਰ ਲਵਾਂਗੇ, ਨਹੀਂ ਗੱਲ ਬਣਨੀ। ਇੱਥੇ ਬੁੱਝੇ, ਹੁਣ ਸਮਾਂ ਜੇ ਬੁੱਝ ਲਓ। ਕੀ ਬੁੱਝਣਾ ਹੈ? ਕਿ ਹਰ ਪ੍ਰਭ ਹੈ ਤਿਸ ਕੇਰਾ। ਇਹ ਪ੍ਰਭੂ ਪਰਮਾਤਮਾ ਦੀ ਕਿਰਪਾ ਕਿੰਨਾ ਵਾਸਤੇ? ਸਾਡੇ ਲਈ। ਇਹ ਬਾਣੀ ਕਿੰਨਾ ਵਾਸਤੇ? ਸਾਡੇ ਲਈ। ਇਹ ਨਾਮ ਜਪਣਾ ਹੈ ਕਿੰਨਾ ਨੇ? ਅਸੀਂ ਜਪਣਾ ਹੈ, ਤੇ ਭਲਾ ਵੀ ਸਾਡਾ ਹੀ ਆ ਜੀ। ਸਤਿਗੁਰੂ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਐ। ਸਤਿਗੁਰੂ ਜੀ ਸਦਾ ਹੀ ਦਿਆਲ ਹਨ। ਦੁਨਿਆਵੀ ਬੰਦਾ ਰੁੱਸ ਜਾਂਦਾ ਹੈ, ਦੁਨਿਆਵੀ ਬੰਦੇ ਨੂੰ ਗੁੱਸਾ ਆ ਜਾਂਦਾ ਹੈ, ਦੁਨਿਆਵੀ ਬੰਦਾ ਮੂੰਹ ਫੇਰ ਲੈਂਦਾ ਹੈ। ਕਦੀ ਗੁਰੂ ਨੇ ਮੂੰਹ ਨਹੀਂ ਜੀ ਫੇਰਿਆ। ਉਹ ਤੇ ਸਦਾ ਹੀ ਦਿਆਲੂ ਸੁਭਾਅ। ਭਾਗਾਂ ਕਿਆ ਪਾਈਏ, ਤੇ ਭਾਗਾਂ ਤੋਂ ਬਿਨਾ ਕੁਝ ਪਾਇਆ ਨਹੀਂ ਜਾ ਸਕਦਾ। ਤੇ ਅਸੀਂ ਫਿਰ ਘਬਰਾ ਜਾਣਾ ਹੈ, ਸਾਡੇ ਤੇ ਭਾਗਾਂ 'ਚ ਸਿੱਖੀ ਨਹੀਂ ਲਿਖੀ, ਸਾਡੇ ਤੇ ਭਾਗਾਂ 'ਚ ਨਾਮ ਦੀ ਦਾਤ ਨਹੀਂ ਹੈਗੀ, ਅਸੀਂ ਤੇ ਨਸ਼ੇ ਨਹੀਂ ਛੱਡ ਸਕਦੇ, ਅਸੀਂ ਤੇ ਗੁਰੂ ਵਾਲੇ ਨਹੀਂ ਬਣ ਸਕਦੇ। ਕਿਉਂ ਨਹੀਂ ਬਣ ਸਕਦੇ? ਜਿੰਨੇ ਭਾਗ ਲਿਖਣੇ ਆ ਨਾ, ਉਹ ਸਾਡੇ ਸਾਹਮਣੇ ਬੈਠਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਇਹਦੇ ਦਰ ਤੇ ਆ ਕੇ ਆਪਣੇ ਭਾਗ ਬਣਵਾ ਲਓ, ਤਰਲਾ ਲਓ, ਸੱਚੇ ਪਾਤਸ਼ਾਹ ਕਰ ਕਿਰਪਾ, ਰਹਿਮਤ ਕਰ, ਮੇਰੇ ਲੇਖਾਂ 'ਚ ਸਿੱਖੀ ਲਿਖ ਦੇ, ਮੇਰੇ ਲੇਖਾਂ 'ਚ ਬਾਣੀ ਲਿਖ ਦੇ, ਮੇਰੇ ਲੇਖਾਂ 'ਚ ਨਾਮ ਲਿਖ ਦੇ। ਤਰਲਾ ਲੈ ਲਿਆ ਕਰੋ ਜੀ। ਇੱਕ ਨਦਰ ਕਰ ਵੇਖੈ ਸਭ ਉੱਪਰ, ਜਿਹਾ ਭਾਉ ਤਿਹਾ ਫਲ ਪਾਈਐ। ਉਹ ਤਾਂ ਸਾਰਿਆਂ ਨੂੰ ਇੱਕ ਨਿਗਾਹ ਦੇ ਨਾਲ ਵੇਂਦਾ ਹੈ। ਉਹਦੀ ਨਿਗਾਹ ਦੇ ਵਿੱਚ ਭਾਈ ਨਾ ਕੋਈ ਉੱਚਾ ਤੇ ਨਾ ਕੋਈ ਨੀਵਾਂ, ਨਾ ਕੋਈ ਸੋਹਣਾ ਤੇ ਨਾ ਕੋਈ ਬੇਸ਼ਕਲ। ਉਹ ਤੇ ਸਾਰਿਆਂ ਨੂੰ ਇੱਕੋ ਹੀ ਨਿਗਾਹ ਦੇ ਨਾਲ ਵੇਂਦਾ ਹੈ। ਅਕਾਲ ਪੁਰਖ ਪਰਮਾਤਮਾ। ਏਕ ਨਦਰ ਕਰ ਵੇਖੇ ਸਭ ਉੱਪਰ, ਜਿਹਾ ਭਾਉ ਤਿਹਾ ਫਲ ਪਾਈਏ। ਜਿੱਡੀ ਕੁ ਸਾਡੀ ਝੋਲੀ ਹੈ ਨਾ, ਉਸ ਹਿਸਾਬ ਦੇ ਨਾਲ ਉਹ ਭਰ ਦਿੰਦਾ ਹੈ। ਜਿੰਨੀ ਕੁ ਅਸੀਂ ਸਰਦਾ ਬਣਾ ਲਈ, ਜਿੰਨਾ ਕੁ ਸਾਡੇ 'ਚ ਪ੍ਰੇਮ ਹੈ, ਉਸ ਤਰ੍ਹਾਂ ਉਹ ਭਰ ਦਿੰਦਾ ਹੈ ਭਾਈ। ਨਾਨਕ ਨਾਮ ਵਸੇ ਮਨ ਅੰਤਰ, ਵਿੱਚੋਂ ਆਪ ਗਵਾਈਐ। ਅਖੀਰਲੀ ਪੰਕਤੀ 'ਚ ਇੱਕ ਜੁਗਤੀ ਹੈ। ਜੁਗਤੀ ਕਿਹੜੀ ਜੁਗਤੀ ਹੈ? ਅਸੀਂ ਸਾਰੇ ਯਤਨ ਕਰਦੇ ਹਾਂ ਕਿ ਪ੍ਰਭੂ ਪਰਮਾਤਮਾ ਦਾ ਨਾਮ ਸਾਡੇ ਹਿਰਦੇ 'ਚ ਵਸ ਜਾਵੇ, ਪਰ ਵਸਦਾ ਨਹੀਂ। ਕਈ ਵਰੇ ਲੰਘ ਜਾਂਦੇ ਆ, ਉਮਰਾਂ ਵੀ ਲੰਘ ਜਾਂਦੀਆਂ, ਕਈ ਜਨਮ ਲੰਘ ਜਾਂਦੇ ਭਾਈ, ਕਿ ਹਿਰਦੇ 'ਚ ਵਸ ਜਾਵੇ। ਵੇਖੋ, ਬਾਹਰੋਂ ਪੜ੍ਹ ਲੈਣਾ, ਬਾਹਰੋਂ ਜਪ ਲੈਣਾ, ਵੱਖਰੀ ਗੱਲ ਆ। ਨਾਨਕ ਨਾਮ ਵਸੇ ਮਨ ਅੰਤਰ, ਸਾਡੇ ਹਿਰਦੇ 'ਚ ਵਸ ਜਾਵੇ, ਸਾਡੇ ਮਨ 'ਚ ਵਸ ਜਾਵੇ। ਪਤਾ ਨਹੀਂ ਕਿਉਂ ਨਹੀਂ ਵਸਦਾ। ਸਤਿਗੁਰੂ ਜੀ ਕਹਿੰਦੇ ਮੈਂ ਤੁਹਾਨੂੰ ਦੱਸਦਾ ਭਾਈ ਕਿਉਂ ਨਹੀਂ ਵਸਦਾ। ਵਿੱਚੋਂ ਆਪ ਗਵਾਈਏ। ਤੁਸੀਂ ਆਪਣੇ ਆਪ ਨੂੰ ਛੱਡਿਆ ਹੀ ਨਹੀਂ। ਨਾ ਹੰਕਾਰ ਬਾਹਰ ਕੱਢਿਆ, ਨਾ ਈਰਖਾ ਬਾਹਰ ਕੱਢੀ ਆ, ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਬਾਹਰ ਕੱਢਿਆ। ਭਾਂਡਾ ਤੇ ਨੱਕੋ ਨੱਕ ਭਰਿਆ ਪਿਆ, ਤੇ ਉਹਦੇ 'ਚ ਨਾਮ ਕਿੱਦਾਂ ਵਸ ਜਾਵੇਗਾ?
ਪਹਿਲਾਂ ਭਾਈ ਵਿੱਚੋਂ ਆਪ ਗਵਾਈਏ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਜਦੋਂ ਇਸ ਤਰ੍ਹਾਂ ਦੀ ਅਵਸਥਾ ਬਣ ਗਈ, ਫਿਰ ਨਾਮ ਦੇ ਭੰਡਾਰੇ ਭਰ ਜਾਣਗੇ ਜੀ। ਇਤਿਹਾਸ ਦੀ, ਗੁਰਬਾਣੀ ਦੀ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋਈਆਂ। ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਬਖਸ਼ਣਹਾਰ ਹੈ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਓ ਮੇਲ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣਹਾਰ ਹਨ। ਸਤਿਗੁਰੂ ਜੀ ਕਰੋ ਕਿਰਪਾ, ਸਿੱਖਾਂ ਦਾ ਮਨ ਨੀਵਾ, ਮਤ ਉੱਚੀ ਮਤ ਪਦ ਰਾਖੇ ਆਪ ਵਾਹਿਗੁਰੂ। ਏਕ ਨਦਰ ਕਰ ਵੇਖੈ ਸਭ ਉਪਰ, ਜਿਹਾ ਭਾਉ ਤਿਹਾ ਫਲ ਪਾਈਐ। ਨਾਨਕ ਨਾਮ ਵਸੈ ਮਨ ਅੰਤਰ, ਵਿੱਚੋਂ ਆਪ ਗਵਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤ